मेरा यूट्यूब चैनल ਤੇ ਇੱਕ ਵਾਰ ਫਿਰ ਸਵਾਗਤ ਹੈ। ਇਸ ਚੈਨਲ ਦੇ ਰਾਹੀਂ ਅਸੀਂ ਜਿਹੜੀ ਹੈਗੀ ਹੈ ਮਾਸਟਰ ਗ੍ਰੇਡ ਪੰਜਾਬੀ ਅਤੇ SST ਦੀ ਜਿਹੜੀ ਹੈਗੀ ਤਿਆਰੀ ਕਰਵਾ ਰਹੇ ਹਾਂ ਅਤੇ ਤਿਆਰੀ ਦੇ ਨਾਲ ਨਾਲ ਅਸੀਂ ਜਿਹੜੀ ਪੰਜਾਬ ਦੇ ਵਿੱਚ ਅਪਡੇਟ ਜਿਹੜੀ ਹੈਗੀ ਆ ਉਹ ਤੁਹਾਡੇ ਸਾਹਮਣੇ ਜਿਹੜੀ ਹੈਗੀ ਆ ਉਹ ਦੱਸਦੇ ਹੈਗੇ ਆ। ਸਭ ਤੋਂ ਪਹਿਲਾਂ ਜਿਹੜੀ ਨੋਟੀਫਿਕੇਸ਼ਨ ਮੇਰੇ ਚੈਨਲ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਮਿਲਦੀ ਹੈਗੀ ਆ। ਅੱਜ ਅਸੀਂ ਭਾਗ ਦੂਸਰਾ ਜਿਹੜਾ ਸਮਾਜਿਕ ਸਿੱਖਿਆ ਦਾ ਲੈ ਕੇ ਆ ਰਹੇ ਹਾਂ। MCQ ਜੋ ਹੈਗੀ ਆ 20 ਤੋਂ ਲੈ ਕੇ 60 ਦੇ ਵਿੱਚ ਹੀ ਹੋਣਗੇ ਔਰ ਸਾਰੀ ਦੀ ਸਾਰੀ ਗੱਲ ਜਿਹੜੀ ਹੈਗੀ ਆਪਾਂ ਫਸਟ ਵਰਲਡ ਵਾਰ ਦੇ ਕੁਐਸਚਨ ਅਤੇ ਸੈਕਿੰਡ ਵਰਲਡ ਵਾਰ ਦੇ ਕੁਐਸਚਨ ਹੋਣਗੇ ਇਹਦੇ ਵਿੱਚ, ਅਤੇ ਕੁਝ ਕੁਐਸਚਨ ਜਿਹੜੇ ਹੈਗੇ ਆ ਉਹ ਸੰਵਿਧਾਨ ਦੇ ਵੀ ਹੋਣਗੇ। ਅਤੇ ਵੀਡੀਓ ਨੂੰ ਜ਼ਿਆਦਾ ਅਸੀਂ ਵੱਡੀ ਨਾ ਕਰਦੇ ਹੋਏ ਅਸੀਂ ਪਹਿਲੇ ਕੁਐਸਚਨ ਵੱਲ ਜਿਹੜੇ ਹੈਗੇ ਜਾਂਦੇ ਆ। ਦੇਖੋ ਜੀ, ਪਹਿਲਾ ਫਸਟ ਕੁਐਸਚਨ ਦੇਖੋ ਤੁਸੀਂ, ਆਧੁਨਿਕ ਵਿਸ਼ਵ ਦਾ ਪਹਿਲਾ ਰਾਜਨੀਤਿਕ ਚਿੰਤਕ ਕੌਣ ਸੀ? ਇਸ ਦਾ ਸਹੀ ਆਨਸਰ ਜੋ ਹੈਗਾ, ਆਧੁਨਿਕ ਵਿਸ਼ਵ ਦਾ ਪਹਿਲਾ ਰਾਜਨੀਤਿਕ ਚਿੰਤਕ ਕੌਣ ਸੀ? ਇਹਦਾ ਸਹੀ ਆਨਸਰ ਸੱਸਾ ਹੈਗਾ ਜੀ। ਮੈਕਵਲੀ ਜਿਹੜਾ ਹੈਗਾ ਸੀ ਉਹ ਪਹਿਲਾ ਰਾਜਨੀਤਿਕ ਚਿੰਤਕ ਸੀ। ਨੈਕਸਟ ਤੁਸੀਂ ਦੇਖੋ, ਮੈਕਾਵਲੇ ਦੀ ਪੁਸਤਕ ਦਾ ਨਾਮ ਚੁਣੋ। ਉਹਨਾਂ ਦੀ ਪੁਸਤਕ ਜਿਹੜੀ ਹੈਗੀ ਸੀ ਇਹਦਾ ਸਹੀ ਆਨਸਰ ਹੈਗਾ ਹੈਗੀ ਦਾ ਪ੍ਰਿੰਸ, ਜੋ ਇਹਨਾਂ ਦੀ ਪੁਸਤਕ ਸੀ। ਅੱਗੇ ਨੈਕਸਟ ਤੁਸੀਂ ਦੇਖੋ, ਪੂਰਨ ਜਾਗਰਣ ਦੇ ਅਗਰਦੂਤ ਕਿਸ ਨੂੰ ਮੰਨਿਆ ਜਾਂਦਾ ਹੈ? ਇਹਦਾ ਸਹੀ ਆਨਸਰ ਜੋ ਹੈਗਾ ਊੜਾ ਹੈਗਾ। ਦੰਤੇ ਨੂੰ ਜਿਹੜਾ ਹੈਗਾ ਉਹ ਪੂਰਨ ਜਾਗਰਣ ਦਾ ਅਗਰਦੂਤ ਮੰਨਿਆ ਜਾਂਦਾ ਹੈਗਾ। ਅੱਗੇ ਨੈਕਸਟ ਕੁਐਸਚਨ ਤੁਸੀਂ ਦੇਖੋ, ਪੂਰਨ ਜਾਗਰਣ ਦੀ ਸ਼ੁਰੂਆਤ ਇਟਲੀ ਦੇ ਕਿਸ ਸ਼ਹਿਰ ਤੋਂ ਹੋਈ ਸੀ? ਇਸ ਦਾ ਸਹੀ ਆਨਸਰ ਜੋ ਹੈਗਾ ਉਹ ਸੱਸਾ ਹੈਗਾ। ਫਲੋਰੈਂਸ ਦੇ ਵਿੱਚੋਂ ਜਿਹੜੀ ਹੈਗੀ ਆ ਉਹ ਪੂਰਨ ਜਾਗਰਣ ਦੀ ਸ਼ੁਰੂਆਤ ਜਿਹੜੀ ਹੋਈ ਸੀ। ਅੱਗੇ ਨੈਕਸਟ ਤੁਸੀਂ ਦੇਖੋ, ਪੂਰਨ ਜਾਗਰਣ ਦੇ ਮਹਾਨ ਅਗਰਦੂਤ ਕਵੀ ਦਾਂਤੇ ਦਾ ਜਨਮ ਕਿੱਥੇ ਹੋਇਆ ਸੀ? ਇਹਦਾ ਸਹੀ ਆਨਸਰ ਜੋ ਹੈਗਾ ਫਸਟ ਹੈਗਾ, ਫਲੋਰੈਂਸ ਦੇ ਇਟਲੀ ਦੇ ਵਿੱਚ ਜੋ ਹੈਗਾ ਇਹਨਾਂ ਦਾ ਜਨਮ ਹੋਇਆ ਸੀ। ਅੱਗੇ ਨੈਕਸਟ ਤੁਸੀਂ ਦੇਖੋ, ਵਰਸਾਏ ਦੀ ਸੰਧੀ ਕਦੋਂ ਹੋਈ ਸੀ? ਇਹ ਸੰਧੀ ਜਿਹੜੀ ਹੋਈ ਸੀ 28 ਜੂਨ 1919 ਦੇ ਵਿੱਚ ਹੋਈ ਸੀ। ਤੁਸੀਂ ਹੁਣ ਕੀ ਕਰਨਾ ਹੈਗਾ, ਇਹਨਾਂ ਦੀ ਜਿਹੜੇ ਹੈਗੇ ਆ ਅਕਸਰ ਜਿਹੜੇ ਹੈਗੇ ਆ, ਜਦੋਂ ਆਪਾਂ ਕਿਸੇ ਦੀ ਸੰਧੀ ਹੈਗੀ ਆ ਜਾਂ ਲੜਾਈ ਹੈਗੀ ਆ, ਡੇਟਾ ਸਾਨੂੰ ਭੁੱਲ ਜਾਂਦੀ ਹੈਗੀ। ਅਸੀਂ ਬਾਰ ਜਿਹੜੀ ਹੈਗੀ ਡੇਟਾ ਲਿਖ ਕੇ ਇਹਨਾਂ ਦੀ ਤਿਆਰੀ ਕਰਕੇ ਜਿਹੜੀ ਹੈਗਾ ਆਪਣਾ ਪੇਪਰ ਦੇਣ ਲਈ ਜਾਣਾ ਹੈਗਾ। ਨੈਕਸਟ ਤੁਸੀਂ ਦੇਖੋ, ਸਰਬੀਆ ਦੀ ਗੁਪਤ ਕ੍ਰਾਂਤੀਕਾਰੀ ਸੰਸਥਾ ਦਾ ਨਾਮ ਕੀ ਸੀ? ਇਹਨਾਂ ਦੀ ਸੰਸਥਾ ਜਿਹੜੀ ਹੈਗੀ ਸੀ ਉਹਨਾਂ ਦਾ ਨਾਮ ਸੀ ਕਿ ਕਾਲਾ ਹੱਥ। ਅਗਰ ਨੈਕਸਟ ਤੁਸੀਂ ਦੇਖੋ, ਰੂਸ ਜਾਪਾਨ ਦੇ ਵਿੱਚ ਯੁੱਧ ਕਦੋਂ ਹੋਇਆ ਸੀ? ਇਹ ਕੁਐਸਚਨ ਬਹੁਤ ਜ਼ਿਆਦਾ ਮਹੱਤਵਪੂਰਨ ਹੈਗਾ। ਰੂਸ ਅਤੇ ਜਾਪਾਨ ਦੇ ਵਿੱਚ ਯੁੱਧ ਹੋਇਆ ਸੀ ਉਹ 1904 ਅਤੇ 1905 ਦੇ ਵਿੱਚ ਵੀ ਜਿਹੜਾ ਹੈਗਾ ਸੀ ਉਹ ਯੁੱਧ ਹੋਇਆ ਸੀ। ਅੱਗੇ ਆ ਨੈਕਸਟ ਕੁਐਸਚਨ, ਪੈਰਿਸ ਸੰਧੀ ਸੰਮੇਲਨ ਕਦੋਂ ਹੋਇਆ ਜੀ? ਆਹ ਹੋਇਆ ਜੀ 18 ਜੂਨ 1919 ਦੇ ਵਿੱਚ ਹੋਇਆ ਸੀ। ਅੱਗੇ ਨੈਕਸਟ ਤੁਸੀਂ ਦੇਖੋ, ਜਰਮਨੀ ਵਿਸ਼ਵ ਯੁੱਧ ਵਿੱਚ ਕਦੋਂ ਸ਼ਾਮਿਲ ਹੋਇਆ? ਕਿ ਜਰਮਨ ਜਿਹੜਾ ਹੈਗਾ ਸੀ ਉਹਨਾਂ ਨੇ ਵਿਸ਼ਵ ਯੁੱਧ ਵਿੱਚ ਕਦੋਂ ਹਿੱਸਾ ਲਿਆ ਸੀ? ਉਹ ਲਿਆ ਸੀ 30 ਜੁਲਾਈ 1914। ਇਹ ਕੁਐਸਚਨ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਮਹੱਤਵਪੂਰਨ ਹੈਗਾ। ਤੁਸੀਂ ਇਹਨਾਂ ਦੀ ਡੇਟ ਜਿਹੜੀ ਹੈਗੀ ਆ ਉਹ ਲਿਖ ਲੈਣੀ ਹੈਗੀ ਆ। ਨੈਕਸਟ ਤੁਸੀਂ ਦੇਖੋ, ਵੁਡਰੋ ਵਿਲਸਨ ਕੌਣ ਸੀ? ਦੇਖੋ ਜੀ, ਜਦੋਂ ਪਹਿਲਾ ਵਿਸ਼ਵ ਯੁੱਧ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਜੋ ਸੀ ਉਹਨਾਂ ਦਾ ਨਾਮ ਕੀ ਸੀ? ਵੁਡਰੋ ਵਿਲਸਨ। ਇਹ ਕੁਐਸਚਨ ਤੁਸੀਂ ਨੋਟ ਕਰ ਲਓ ਜੀ ਇਹਨੂੰ। ਅੱਗੇ ਆ 14 ਸੂਤਰੀ ਯੋਜਨਾ ਕਿਸ ਨੇ ਪੇਸ਼ ਕੀਤੀ ਸੀ? ਦੇਖੋ ਜੀ, 8 ਜਨਵਰੀ 1918 ਦੇ ਵਿੱਚ ਜਿਹੜੀ ਹੈਗੀ ਆ ਵੁਡਰੋ ਵਿਲਸਨ ਨੇ ਜਿਹੜੀ ਹੈਗੀ ਆ ਉਹ 14 ਸੂਤਰੀ ਜਿਹੜੀ ਹੈਗੀ ਆ ਯੋਜਨਾ ਪੇਸ਼ ਕੀਤੀ ਸੀ। ਅੱਗੇ ਇਹ ਕੁਐਸਚਨ ਬਹੁਤ ਜ਼ਿਆਦਾ ਮਹੱਤਵਪੂਰਨ ਹੈਗਾ। ਯੁੱਧ ਵਿੱਚ ਕੁੱਲ ਕਿੰਨੇ ਦੇਸ਼ਾਂ ਨੇ ਭਾਗ ਲਿਆ ਸੀ? ਦੇਖੋ ਜੀ, ਜਦੋਂ ਪਹਿਲਾ ਵਰਲਡ ਵਾਰ ਹੋਈ ਸੀ ਉਹਦੇ ਵਿੱਚ ਜਿਹੜੀ ਹੈਗੀ ਆ 37 ਜਿਹੜੇ ਹੈਗੇ ਆਪਣੇ ਦੇਸ਼ ਜਿਹੜੇ ਹੈਗੇ ਆ ਉਹਨਾਂ ਨੇ ਜਿਹੜਾ ਹੈਗਾ ਉਹ ਯੁੱਧ ਦੇ ਵਿੱਚ ਹਿੱਸਾ ਲਿਆ ਸੀ। ਅੱਗੇ ਆ ਪਹਿਲੇ ਯੁੱਧ ਦੇ ਵਿੱਚ ਤਤਕਾਲੀ ਕਾਰਨ ਕੀ ਸੀ? ਕੀ ਕਾਰਨ ਸੀ ਕਿ ਫਸਟ ਵਰਲਡ ਵਾਰ ਜਿਹੜੀ ਹੋਈ ਸੀ? ਉਹਦਾ ਸਹੀ ਆਨਸਰ ਜੋ ਹੈਗਾ ਆਸਟਰੀਆ ਦੇ ਰਾਜਕੁਮਾਰ ਦੀ ਮੌਤ, ਜਿਸ ਦੇ ਕਾਰਨ ਜਿਹੜੀ ਹੈਗੀ ਆ ਉਹ ਫਸਟ ਵਰਲਡ ਵਾਰ ਹੋਈ ਸੀ। ਅੱਗੇ ਨੈਕਸਟ ਤੁਸੀਂ ਦੇਖੋ, ਗੁਪਤ ਸੰਧੀਆਂ ਦੀ ਪ੍ਰਣਾਲੀ ਦਾ ਜਨਕ ਕੌਣ ਸੀ? ਇਹਦਾ ਸਹੀ ਆਨਸਰ ਜੋ ਹੈਗਾ ਬਿਸਮਾਰਕ ਜੋ ਹੈਗਾ ਉਹ ਗੁਪਤ ਸੰਧੀਆਂ ਦਾ ਜਨਕ ਸੀ। ਠੀਕ ਹੈ ਜੀ। ਅੱਗੇ ਦੇਖੋ, ਆਸਟਰੀਆ, ਜਰਮਨੀ, ਇਟਲੀ ਜਿਹੜਾ ਤ੍ਰਿਗੁੱਟ ਕਦੋਂ ਬਣਿਆ ਸੀ? ਬਣਿਆ ਸੀ 1882 1882 ਦੇ ਵਿੱਚ ਜੋ ਹੈਗਾ ਇਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਤ੍ਰਿਗੁੱਟ ਬਣਿਆ ਸੀ। ਅੱਗੇ ਨੈਕਸਟ ਤੁਸੀਂ ਦੇਖੋ, ਆਸਟਰੀਆ ਦੇ ਰਾਜਕੁਮਾਰ ਦਾ ਕਤਲ ਕਦੋਂ ਹੋਇਆ ਸੀ ਜਿਸ ਕਾਰਨ ਜਿਹੜਾ ਹੈਗਾ ਸੀ ਉਹ ਫਸਟ ਵਰਲਡ ਵਾਰ ਹੋਈ ਸੀ? ਉਹ 28 ਜੂਨ 1914 ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਉਹ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਜਿਹੜਾ ਹੈਗਾ ਪਹਿਲਾ ਵਿਸ਼ਵ ਯੁੱਧ ਦਾ ਕਾਰਨ ਬਣ ਗਿਆ ਸੀ। ਅੱਗੇ ਨੈਕਸਟ ਤੁਸੀਂ ਦੇਖੋ,
ਬਾਲਕਨ ਦਾ ਪਹਿਲਾ ਯੁੱਧ ਕਦੋਂ ਹੋਇਆ ਸੀ? ਅਕਤੂਬਰ 1912 ਦੇ ਵਿੱਚ ਹੋਇਆ ਸੀ। ਬਾਲਕਨ ਯੁੱਧ ਸਮਾਪਤ ਕਦੋਂ ਹੋਇਆ ਸੀ? ਉਹ ਹੋਇਆ ਸੀ 30 ਮਈ 1913। ਕਿਉਂ ਹੋਇਆ ਸੀ? ਲੰਡਨ ਦੀ ਸੰਧੀ ਕਾਰਨ। ਇਸ ਨੂੰ ਤੁਸੀਂ ਨੋਟ ਕਰ ਲੈਣਾ ਹੈਗਾ ਕਿ ਜਿਹੜਾ ਬਾਲਕਨ ਦਾ ਯੁੱਧ ਸਮਾਪਤ ਕਿਹੜੀ ਸੰਧੀ ਹੋਈ ਸੀ? ਉਹ ਲੰਡਨ ਦੀ ਸੰਧੀ ਦੇ ਕਾਰਨ ਜਿਹੜਾ ਹੈਗਾ ਸੀ ਉਹ ਜਿਸ ਕਾਰਨ ਹੈਗਾ ਸੀ ਇਹ ਯੁੱਧ ਨੂੰ ਸਮਾਪਤ ਕਰਨਾ ਪੈ ਗਿਆ ਸੀ। ਕਿਸੇ ਕਾਰਨ ਦੁਬਾਰਾ ਦੂਜਾ ਬਾਲਕਨ ਯੁੱਧ ਕਦੋਂ ਸ਼ੁਰੂ ਹੋਇਆ ਸੀ? ਉਹ 16 ਜੂਨ। ਠੀਕ ਹੈ ਜੀ। 16 ਜੂਨ ਅਤੇ 18 ਜੂਨ ਦੇ ਵਿੱਚ ਜਿਹੜਾ ਹੈਗਾ ਡਿਫਰੈਂਸ ਥੋੜ੍ਹਾ ਮੈਨੂੰ ਡਾਊਟਫੁਲ ਹੈਗਾ, ਇਸ ਕਾਰਨ ਮੈਂ ਬ੍ਰੈਕਟ ਦੇ ਵਿੱਚ 18 ਪਾਇਆ ਹੋਇਆ। 16 ਜੂਨ ਜਾਂ 18 ਜੂਨ ਦੇ ਵਿੱਚ ਜੋ ਵੀ ਹੋਊਗਾ ਤੁਹਾਨੂੰ ਮੈਂ ਕਮੈਂਟ ਬਾਕਸ ਦੇ ਵਿੱਚ ਦੱਸ ਦੂੰਗਾ। 1913 ਜਿਹੜਾ ਹੋਇਆ ਸੀ, ਫਿਰ ਦੁਬਾਰਾ ਸ਼ੁਰੂ ਹੋਇਆ ਸੀ। ਠੀਕ ਹੈ ਜੀ। ਫਿਰ ਤੁਸੀਂ ਦੂਜਾ ਬਾਲਕਨ ਯੁੱਧ ਕਦੋਂ ਸਮਾਪਤ ਹੋਇਆ ਸੀ? ਇਹ 10 ਅਗਸਤ 1913 ਨੂੰ ਹੋਇਆ ਸੀ। ਇਸ ਦੇ ਵਿੱਚ ਦੁਬਾਰਾ ਜਿਹੜੀ ਬਾਰਖੇਸਟ ਦੀ ਸੰਧੀ ਦੇ ਨਾਲ ਦੁਬਾਰਾ ਹੈਗਾ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਅੱਗੇ ਨੈਕਸਟ ਤੁਸੀਂ ਦੇਖੋ, ਪਹਿਲਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ ਸੀ? ਜਿਹੜਾ ਫਸਟ ਵਰਲਡ ਵਾਰ ਹੋਈ ਸੀ 28 ਜੁਲਾਈ 1914 ਦੇ ਵਿੱਚ ਜਿਹੜੀ ਹੈਗੀ ਫਸਟ ਵਰਲਡ ਵਾਰ ਜਿਹੜੀ ਸ਼ੁਰੂ ਹੋਈ ਸੀ। ਔਰ ਪਹਿਲਾ ਵਿਸ਼ਵ ਯੁੱਧ ਕਦੋਂ ਖਤਮ ਹੋਇਆ ਸੀ? 11 ਨਵੰਬਰ 1918। ਕਿਉਂਕਿ ਇਹ ਛੋਟੇ ਛੋਟੇ ਕੁਐਸਚਨ ਜਿਹੜੇ ਹੈਗੇ ਆ ਦੇਖਣ ਨੂੰ ਕਾਫੀ ਬੱਚਿਆਂ ਨੂੰ ਜਿਹੜੇ ਹੈਗੇ ਸਿੰਪਲ ਲੱਗਦੇ ਆ, ਬਹੁਤ ਆਸਾਨ ਜਿਹੜੇ ਤੁਹਾਨੂੰ ਲੱਗਣਗੇ, ਪਰ ਜਦੋਂ ਪੇਪਰ ਦੇ ਵਿੱਚ ਅਸੀਂ ਬੈਠਦੇ ਹੈਗੇ ਆ, ਸਟ੍ਰੈਸ ਦੇ ਵਿੱਚ ਹੁੰਦੇ ਹੈਗੇ ਆ, ਪ੍ਰੈਸ਼ਰ ਦੇ ਵਿੱਚ ਹੁੰਦੇ ਹੈਗੇ ਆ, ਅਸੀਂ ਕੀ ਕਰਦੇ ਹਾਂ ਕਿ ਕਾਹਲੀ ਦੇ ਵਿੱਚ ਜਾਂ ਜ਼ਿਆਦਾ ਓਵਰ ਕੌਨਫੀਡੈਂਸ ਦੇ ਕਾਰਨ ਆਪਾਂ ਕੁਐਸਚਨ ਜਿਹੜੇ ਹੈਗੇ ਗਲਤ ਕਰ ਦਿੰਦੇ ਹੈਗੇ। ਇਸ ਕਾਰਨ ਮੈਂ ਜਿਹੜੇ ਹੈਗੇ ਬਾਰ-ਬਾਰ ਡੇਟਾ ਦੇ ਉੱਤੇ ਜਿਹੜਾ ਹੈਗਾ ਫੋਕਸ ਕਰ ਰਹੇ ਹੈਗੇ ਆ। ਤੁਸੀਂ ਡੇਟਾ ਨੂੰ ਹੈਗਾ ਬਹੁਤ ਹੀ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਯਾਦ ਕਰ ਲੈਣਾ ਹੈਗਾ, ਕਿਉਂਕਿ ਕਿਸੇ ਟਾਈਮ ਕੀ ਹੁੰਦਾ ਜਿੱਥੇ 11 ਨਵੰਬਰ 1918 ਹੈਗਾ ਉੱਥੇ 10 ਨਵੰਬਰ ਵੀ ਆ ਸਕਦੀ ਹੈ, 9 ਨਵੰਬਰ ਵੀ ਆ ਸਕਦੀ ਹੈ। ਤਾਂ ਐਗਜੈਕਟ ਸਾਨੂੰ ਡੇਟ ਦਾ ਹੈਗਾ ਉਹ ਪਤਾ ਹੋਣਾ ਚਾਹੀਦਾ। ਉਹ ਤਾਂ ਹੀ ਹੋਊਗਾ ਜੇ ਅਸੀਂ MCQ ਦੇ ਰਾਹੀਂ ਜਿਹੜੇ ਹੈਗੇ ਵੱਧ ਤੋਂ ਵੱਧ ਪ੍ਰੈਕਟਿਸ ਕਰਾਂਗੇ। ਅੱਗੇ ਨੈਕਸਟ ਤੁਸੀਂ ਦੇਖੋ, ਯੁੱਧ ਵਿੱਚ ਕਿੰਨੇ ਮਿਲਟਰੀ ਗੁੱਟ ਸ਼ਾਮਿਲ ਸਨ? ਦੇਖੋ ਜੀ, 2 ਗਰੁੱਪ ਜਿਹੜੇ ਬਣੇ ਪਏ ਸੀ, ਇੱਕ ਸੀ ਸੈਂਟਰਲ ਪਾਵਰ ਔਰ ਸੈਕਿੰਡ ਸੀ ਟ੍ਰਿਪਲ ਇੰਟੈਂਟਨ। ਠੀਕ ਹੈ ਜੀ। ਜਿਸ ਕਾਰਨ ਜਿਹੜਾ ਹੈਗਾ 2 ਗੁੱਟ ਜਿਹੜੀ ਹੈਗੀ ਸੀ ਉਹ ਸ਼ਾਮਿਲ ਸੀ। ਪਹਿਲੇ ਨੈਕਸਟ ਕੁਐਸਚਨ ਤੁਸੀਂ ਦੇਖੋ, ਪਹਿਲੇ ਵਿਸ਼ਵ ਯੁੱਧ ਵਿੱਚ ਕਿੰਨੇ ਸਿਪਾਹੀ ਜਿਹੜੇ ਹੈਗੇ ਲਾਮਬੰਦ ਕੀਤੇ ਗਏ? 7 ਕਰੋੜ ਸਿਪਾਹੀ ਜਿਹੜੇ ਹੈਗੇ ਸੀ ਉਹ ਲਾਮਬੰਦ ਕੀਤੇ ਗਏ ਸੀ। ਅੱਗੇ ਨੈਕਸਟ ਤੁਸੀਂ ਦੇਖੋ, ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਵਰਸਾਈ ਦੀ ਸੰਧੀ ਕਦੋਂ ਹੋਈ ਸੀ? ਹੋਈ ਸੀ 28 ਜੂਨ 1919 ਨੂੰ। ਆ ਥੋੜ੍ਹਾ ਜਿਹਾ ਨੈੱਟ ਦੇ ਉੱਤੇ ਮੈਨੂੰ ਮਿਲਿਆ ਜੀ, ਤੁਸੀਂ ਇਹਨੂੰ ਦੇਖ ਲਓ। ਠੀਕ ਹੈ ਜੀ। ਪ੍ਰਥਮ ਵਿਸ਼ਵ ਯੁੱਧ ਜਿਹੜਾ ਹੈਗਾ ਜੀ ਸ਼ੁਰੂਆਤ ਜਿਹੜੀ ਹੋਈ ਸੀ 28 ਜੂਨ 1914 ਨੂੰ ਹੋਈ ਸੀ। ਠੀਕ ਹੈ ਜੀ। ਔਰ ਜਿਹੜੀ ਦੀ ਸਮਾਪਤੀ ਹੋਈ ਸੀ 1918 ਦੇ ਵਿੱਚ ਹੋਈ ਸੀ। ਲਗਭਗ ਜਿਹੜਾ ਹੈਗਾ 4 ਵਰਸ਼ ਜਿਹੜਾ ਹੈਗਾ 4 ਸਾਲ ਜਿਹੜਾ ਹੈਗਾ ਇਹ ਯੁੱਧ ਚੱਲਿਆ ਸੀ। ਇਸ ਨੂੰ ਤੁਸੀਂ ਨੋਟ ਕਰ ਲੈਣਾ ਗਿਆ, ਕਿਉਂਕਿ ਪੇਪਰ ਦੇ ਵਿੱਚ ਇਹ ਵੀ ਪੁੱਛ ਸਕਦੇ ਹੈਗੇ ਆ ਕਿ ਜਿਹੜਾ ਫਸਟ ਵਰਲਡ ਵਾਰ ਹੋਇਆ ਸੀ ਉਹ ਕਿੰਨੇ ਸਾਲ ਚੱਲਿਆ ਸੀ। ਤਾਂ ਉਹਦਾ ਸਹੀ ਆਨਸਰ ਜਿਹੜਾ ਹੋਏਗਾ ਉਹ 4 ਸਾਲ ਜਿਹੜਾ ਹੈਗਾ ਇਹ ਫਸਟ ਵਰਲਡ ਵਾਰ ਜਿਹੜੀ ਚੱਲੀ ਸੀ। ਅੱਗੇ ਨੈਕਸਟ ਤੁਸੀਂ ਦੇਖੋ, 6 ਕਰੋੜ 75 ਲੱਖ ਸੋਲਜਰ ਨੇ ਜਿਹੜਾ ਹੈਗਾ ਇਸ ਵਰਲਡ ਵਾਰ ਦੇ ਵਿੱਚ ਜਿਹੜਾ ਹੈਗਾ ਸੀ ਉਹ ਮਤਲਬ ਕਿ ਤੁਸੀਂ ਕਹਿ ਲਓ ਕਿ ਹਿੱਸਾ ਲਿਆ ਸੀ। ਠੀਕ ਹੈ ਜੀ। ਅੱਗੇ ਸੈਕਿੰਡ ਜਿਹੜੀ ਹੈਗੀ ਵਰਲਡ ਵਾਰ ਜਿਹੜੀ ਹੈਗੀ ਉਹ ਸ਼ੁਰੂ ਹੋਈ ਸੀ 1 ਸਤੰਬਰ 1939 ਦੇ ਵਿੱਚ। ਇਸ ਨੂੰ ਤੁਸੀਂ ਨੋਟ ਕਰ ਲਓ। ਸੈਕਿੰਡ ਵਰਲਡ ਵਾਰ ਜਿਹੜੀ ਹੋਈ ਸੀ 1 ਸਤੰਬਰ 1939 ਦੇ ਵਿੱਚ ਜਿਹੜੀ ਹੈਗੀ ਹੈ ਉਹ ਸ਼ੁਰੂ ਹੋ ਗਈ ਸੀ। ਔਰ ਜਿਹੜੀ ਹੈਗੀ ਸੀ ਸੈਕਿੰਡ ਵਰਲਡ ਵਾਰ ਸ਼ੁਰੂ ਹੋਈ ਸੀ ਜਰਮਨੀ ਦੁਆਰਾ ਪੋਲੈਂਡ ਉੱਪਰ ਆਕਰਮਣ ਨਾਲ ਹੋਈ ਸੀ। ਇਹਨਾਂ ਨੇ ਪੋਲੈਂਡ ਦੇ ਉੱਤੇ ਜਿਹੜੀ ਹੈਗੀ ਜਰਮਨ ਨੇ ਆਕਰਮਣ ਯੁੱਧ ਨੂੰ ਛੇੜ ਦਿੱਤਾ ਸੀ, ਜਿਸ ਕਾਰਨ ਜਿਹੜੀ ਹੈਗੀ ਉਹ ਸੈਕਿੰਡ ਵਰਲਡ ਵਾਰ ਹੋਈ ਸੀ। ਅੱਗੇ ਦੇਖੋ ਜੀ, ਜਰਮਨੀ ਨੇ ਜਿਹੜਾ ਹੈਗਾ ਸੀ ਵਰਸਾਈ ਦੀ ਸੰਧੀ ਦਾ ਉਲੰਘਣਾ ਕੀਤੀ ਸੀ 1935 ਦੇ ਵਿੱਚ, ਜਿਹੜੀ ਵਰਸਾਈ ਦੀ ਸੰਧੀ ਹੋਈ ਸੀ। ਠੀਕ ਹੈ ਜੀ। ਹੁਣ ਪਿੱਛੇ ਮੈਂ ਕੁਐਸਚਨ ਤੁਹਾਨੂੰ ਕਰਕੇ ਹਟਿਆ। ਦੇਖੋ ਜੀ, ਇਹ ਪਿੱਛੇ ਬੈਕ ਜਾ ਰਿਹਾ ਥੋੜ੍ਹਾ ਜਿਹਾ ਮੈਂ। ਜਿਹੜੀ ਵਰਸਾਈ ਦੀ ਸੰਧੀ ਹੋਈ ਸੀ, ਦੇਖੋ ਜੀ, ਇਹ ਦੇਖੋ ਇੱਥੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਵਰਸਾਈ ਦੀ ਸੰਧੀ। ਦੇਖੋ ਜੀ, 28 ਜੂਨ 1919 ਦੇ ਵਿੱਚ ਹੋਈ ਸੀ, ਪਰ ਜਿਸ ਕਾਰਨ ਜਿਹੜੀ ਹੈਗੀ ਉਹ ਸੰਧੀ ਤੁਸੀਂ ਦੇਖੋ ਇੱਥੇ ਸੰਧੀ ਦੀ ਉਲੰਘਣਾ ਕਰ ਦਿੱਤੀ ਗਈ ਸੀ 1935 ਦੇ ਵਿੱਚ। ਠੀਕ ਹੈ। ਔਰ ਕਿਹਨਾਂ ਨੇ ਕੀਤੀ ਸੀ? ਜਰਮਨੀ ਨੇ ਕੀਤੀ ਸੀ। ਇਸ ਨੂੰ ਤੁਸੀਂ ਨੋਟ ਕਰ ਲਓ ਕੁਐਸਚਨ ਨੂੰ। ਠੀਕ ਹੈ ਜੀ। ਜਰਮਨੀ ਦੁਆਰਾ 1935 ਦੇ ਵਿੱਚ ਜਿਹੜੀ ਹੈਗੀ ਇਹਦੀ ਉਲੰਘਣਾ ਕਰ ਦਿੱਤੀ ਸੀ। ਨੈਕਸਟ ਤੁਸੀਂ ਦੇਖੋ, দ্বিতীয় ਵਿਸ਼ਵ ਯੁੱਧ ਦੇ ਸਮੇਂ ਦੇ ਵਿੱਚ ਜਰਮਨੀ ਦਾ ਜਿਹੜਾ ਹੈਗਾ ਸੀ ਉਹ ਹਿਟਲਰ ਸੀ। ਇਹ ਤਾਂ ਤੁਹਾਨੂੰ ਪਤਾ ਹੋਏਗਾ, ਇਹਨੂੰ ਨੋਟ ਕਰ ਲਓ ਤੁਸੀਂ। ਸਾਰੀ ਦੀ ਸਾਰੀ ਕਮਾਂਡ ਜਿਹੜੀ ਹੈਗੀ ਸੀ ਸੈਕਿੰਡ ਵਰਲਡ ਵਾਰ ਦੇ ਵਿੱਚ ਉਹ ਜਿਹੜੀ ਹੈਗੀ ਸੀ ਉਹ ਹਿਟਲਰ ਦੇ ਹੱਥਾਂ ਦੇ ਵਿੱਚ ਸੀ। ਠੀਕ ਹੈ ਜੀ। ਹਿਟਲਰ ਯਾਦ ਰੱਖਣਾ ਤੁਸੀਂ। ਹਿਟਲਰ ਨਾਮ ਹੀ ਉਹਦਾ ਹਿਟਲਰ ਹੈਗਾ, ਪਤਾ ਲੱਗ ਜਾਂਦਾ ਹੈਗਾ ਕਿ ਨਾਮ ਬਹੁਤ ਫੇਮਸ ਹੈਗਾ ਜੀ ਇਹ ਵਾਲਾ ਹਿਟਲਰ। ਅੱਗੇ ਦੇਖੋ ਜੀ, ਦਾ ਪ੍ਰਾਈਮ ਮਿਨਿਸਟਰ ਆਫ ਬ੍ਰਿਟੇਨ ਵਾਜ ਚਰਚਿਲ ਡੂਰਿੰਗ ਦਾ ਸੈਕਿੰਡ ਵਰਲਡ ਵਾਰ। ਠੀਕ ਹੈ ਜੀ।
ਅੱਗੇ ਨੈਕਸਟ ਤੁਸੀਂ ਦੇਖੋ ਐਂਡ ਆਫ ਵਰਲਡ ਵਾਰ ਇਟ ਵਾਜ ਅਨਾਊਂਸਡ ਔਨ ਅਗਸਤ 14 1945 ਆਫਟਰ 6 ਈਅਰ। ਕਹਿੰਦੇ ਜਿਹੜੀ ਸੈਕੰਡ ਵਰਲਡ ਵਾਰ ਦੀ ਜਿਹੜੀ ਹੈਗੀ ਸੀ ਉਹ ਸਮਾਪਤੀ ਹੋਈ ਸੀ 14 ਅਗਸਤ 1945 ਦੇ ਵਿੱਚ, ਉਹ ਵੀ 6 ਸਾਲ ਬਾਅਦ। ਠੀਕ ਹੈ ਜੀ, ਠੀਕ ਹੈ ਜੀ। ਫਸਟ ਵਰਲਡ ਵਾਰ ਕਦੋਂ, ਸੈਕੰਡ ਵਰਲਡ ਵਾਰ ਕਦੋਂ ਸ਼ੁਰੂ ਹੋਈ ਸੀ? ਦੇਖੋ ਮੈਂ ਦੁਬਾਰਾ ਬੈਕ ਜਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ 1 ਸਤੰਬਰ 1939 ਨੂੰ ਜਿਹੜਾ ਹੈਗਾ ਉਹ ਸੈਕੰਡ ਵਰਲਡ ਵਾਰ ਸ਼ੁਰੂ ਹੋਈ ਸੀ, ਔਰ ਇਹ ਵਰਲਡ ਵਾਰ ਜਿਹੜੀ ਹੈਗੀ ਹੈ ਸਮਾਪਤ ਕਦੋਂ ਹੋਈ ਸੀ? 14 ਅਗਸਤ 1945 ਦੇ ਵਿੱਚ ਹੋਈ ਸੀ। ਘੱਟੋ ਮਤਲਬ ਕਿ 6 ਸਾਲ ਬਾਅਦ ਜਿਹੜਾ ਹੈਗਾ ਉਹ ਸੈਕੰਡ ਵਰਲਡ ਵਾਰ ਜਿਹੜੀ ਹੈਗੀ ਉਹ ਖ਼ਤਮ ਹੋਈ ਸੀ, ਔਰ ਫਸਟ ਵਰਲਡ ਵਾਰ ਜਿਹੜੀ ਖ਼ਤਮ ਹੋਈ ਸੀ ਉਹ 4 ਸਾਲ ਬਾਅਦ ਖ਼ਤਮ ਹੋਈ ਸੀ। ਠੀਕ ਹੈ ਸਾਥੀਓ, ਇਹਨੂੰ ਤੁਸੀਂ ਨੋਟ ਕਰ ਲੈਣਾ ਹੈਗਾ, ਕਿਉਂਕਿ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਦੇ ਵਿੱਚ ਘੱਟੋ ਘੱਟ 2-3 ਕੁਐਸਚਨ ਜਿਹੜੇ ਹੈਗੇ ਆ ਉਹ ਪੱਕੇ ਹੈਗੇ ਆ, ਤੁਸੀਂ ਪੱਕੇ ਕਰਕੇ ਜਾਣੇ ਆ ਨੰਬਰੋਂ, ਉਹ ਤੁਸੀਂ ਮਿਸ ਨਹੀਂ ਕਰਨੇ ਹੈਗੇ ਬਿਲਕੁਲ ਵੀ ਤੁਸੀਂ ਇਹਨੂੰ ਨੋਨ ਸੀਰੀਅਸ ਨਹੀਂ ਲੈਣਾ ਹੈਗਾ, ਜ਼ਿਆਦਾ ਓਵਰ ਕੌਨਫੀਡੈਂਸ ਨਹੀਂ ਬਣਨਾ ਹੈਗਾ। ਡੇਟਾ 'ਤੇ ਤੁਸੀਂ ਜਿਹੜਾ ਹੈਗਾ ਉਹ ਤੁਸੀਂ ਜ਼ਿਆਦਾ ਫੋਕਸ ਦੇਣਾ ਹੈਗਾ। ਮੈਂ ਤਾਂ ਹੀ ਥੋੜ੍ਹੀ ਵੀਡੀਓ ਵੱਡੀ ਬਣਾ ਰਹੇ ਹੈਗੇ, ਕਿਉਂਕਿ ਤੁਸੀਂ ਜਿੰਨੀ ਵਾਰ ਵੀਡੀਓ ਨੂੰ ਦੇਖੋਗੇ ਅੱਖਾਂ ਸਾਹਮਣੇ ਹੋਏਗੀ, ਤੁਹਾਨੂੰ ਡੇਟਾ ਨਹੀਂ ਕਦੀ ਭੁੱਲਣਗੀਆਂ। ਠੀਕ ਹੈ ਜੀ, ਫਸਟ ਵਰਲਡ ਵਾਰ 4 ਸਾਲ ਬਾਅਦ ਔਰ ਸੈਕੰਡ ਵਰਲਡ ਵਾਰ ਜਿਹੜੀ ਹੈਗੀ ਸਮਾਪਤ ਹੋਈ ਸੀ ਉਹ 6 ਸਾਲ ਬਾਅਦ ਹੋਈ ਸੀ। ਨੈਕਸਟ ਤੁਸੀਂ ਦੇਖੋ ਹੁਣ। ਠੀਕ ਹੈ ਜੀ, ਔਰ ਦੇਖੋ ਜੀ ਜਦੋਂ ਆਪਾਂ ਕਹਿ ਲਈਏ ਕਿ ਸੈਕੰਡ ਵਰਲਡ ਵਾਰ ਜਿਹੜੀ ਹੈਗੀ ਸਮਾਪਤ ਹੋ ਗਈ ਸੀ, ਦੈਨ ਕੀ ਹੋਇਆ ਸੀ? ਪਰਮਾਣੂ ਯੁੱਗ ਦਾ ਜਿਹੜਾ ਹੈਗਾ ਉਹ ਨਿਰਮਾਣ ਹੋਇਆ ਸੀ, ਜਿਹਨੂੰ ਆਪਾਂ ਨਿਊਕਲੀਅਰ ਏਜ ਕਹਿੰਦੇ ਹੈਗੇ ਆ। ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜੀ ਉਹਦੇ ਬਾਅਦ ਖ਼ਤਮ ਹੋਈ ਸੀ, ਉਹਦੇ ਬਾਅਦ ਨਿਊਕਲੀਅਰ ਏਜ ਜਿਹੜੀ ਹੈਗੀ ਆ ਉਹਦੇ ਮਤਲਬ ਕਿ ਸ਼ੁਰੂਆਤ ਹੋ ਗਈ ਸੀ। ਔਰ ਸਭ ਤੋਂ ਵੱਡੀ ਯੋਗਦਾਨ ਜਿਹੜਾ ਹੈਗਾ ਸੰਯੁਕਤ ਰਾਸ਼ਟਰ ਸੰਘ ਦੀ ਜਿਹੜੀ ਹੈਗੀ ਆ ਉਹ ਸਥਾਪਨਾ ਹੋ ਗਈ ਸੀ। ਮਤਲਬ ਕਿ ਤਾਂ ਕਰਕੇ ਸਥਾਪਨਾ ਕੀਤੀ ਗਈ ਸੀ ਕਿ ਦੁਬਾਰਾ ਮਤਲਬ ਕਿ ਆਪਸ ਦੇ ਵਿੱਚ ਕੋਈ ਦੇਸ਼ਾਂ ਦੇ ਵਿੱਚ ਕੋਈ ਝਗੜਾ ਨਾ ਹੋਵੇ, ਜਿਸ ਦੇ ਕਾਰਨ ਨੁਕਸਾਨ ਕਾਫੀ ਜ਼ਿਆਦਾ ਲੋਕਾਂ ਨੂੰ ਦੇਖਣਾ ਪਿਆ ਸੀ, ਕਾਫੀ ਨੁਕਸਾਨ ਹੋਇਆ ਗਿਆ ਸੀ, ਕਾਫੀ ਦੇਸ਼ ਜਿਹੜੇ ਹੈਗੇ ਉਹ ਪਿੱਛੇ ਯੁੱਧ ਦੇ ਕਾਰਨ ਪਿੱਛੇ ਰਹਿ ਗਏ ਸੀ, ਜਿਸ ਕਾਰਨ ਇਸ ਯੁੱਧ ਨੂੰ ਮਤਲਬ ਕਿ ਇਹਨਾਂ ਲੜਾਈਆਂ ਨੂੰ ਖ਼ਤਮ ਕਰਨ ਦੇ ਲਈ ਜਿਹੜਾ ਹੈਗਾ ਸੰਯੁਕਤ ਰਾਸ਼ਟਰ ਸੰਘ ਦਾ ਜਿਹੜਾ ਹੈਗਾ ਉਹ ਨਿਰਮਾਣ ਕੀਤਾ ਗਿਆ ਸੀ। ਇਸ ਨੂੰ ਆਪਾਂ ਆਪਣੇ MCQ ਦੇ ਰਾਹੀਂ ਅੱਗੇ ਕਰਾਂਗੇ, ਜਦੋਂ ਅਸੀਂ ਪੋਲੀਟੀਕਲ ਦਾ ਜਿਹੜਾ ਪਾਰਟ ਕਰਾਂਗੇ ਉਹਦੇ ਵਿੱਚ ਆਪਾਂ ਇਹਦੀ ਡੇਟਾ ਵੀ ਦੱਸਾਂਗੇ, ਸੰਯੁਕਤ ਰਾਸ਼ਟਰ ਸੰਘ ਦੇ ਕਿੰਨੇ ਮੈਂਬਰ ਹੁੰਦੇ ਹੈਗੇ ਆ, ਇਹਦਾ ਚੋਣ ਕਦੋਂ ਹੋਈ ਸੀ, ਹੈ ਨਾ, ਕੀ ਇਹਦਾ ਉਦੇਸ਼ ਸੀ, ਸਭ ਨੈਕਸਟ ਆਪਾਂ ਕਰਾਂਗੇ। ਹੁਣ ਥੋੜ੍ਹਾ ਜਿਹਾ ਅਸੀਂ ਫਿਰ ਆਪਣੇ ਭਾਰਤ ਵੱਲ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਜੀ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹੜਾ ਹੈਗਾ ਜੀ? ਚੀਨ ਹੈਗਾ ਜੀ, ਜਾਂ ਅਮਰੀਕਾ ਹੈਗਾ ਜੀ, ਜਾਂ ਕੈਨੇਡਾ ਹੈਗਾ, ਜਾਂ ਭਾਰਤ ਹੈਗਾ? ਦੱਸੋ ਜੀ। ਇਸ ਕੁਐਸਚਨ ਦੇ ਵਿੱਚ ਤੁਹਾਨੂੰ ਮੈਂ ਜਿਹੜਾ ਹੈਗਾ ਉਹ 5 ਕੁਐਸਚਨ ਦੱਸੂਗਾ ਹੁਣ ਇਹਦੇ ਵਿੱਚ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹਨੂੰ ਕਹਿੰਦੇ ਆਪਾਂ? ਭਾਰਤ ਨੂੰ ਕਹਿੰਦੇ ਹੈਗੇ ਆ, ਕਿਉਂਕਿ ਭਾਰਤ ਇੱਕ ਜਿਹੜਾ ਹੈਗਾ ਲੋਕਤੰਤਰੀ ਦੇਸ਼ ਹੈਗਾ, ਜਿਸ ਦੇ ਵਿੱਚ ਲੋਕਾਂ ਦੁਆਰਾ ਲੋਕਾਂ ਲਈ ਔਰ ਲੋਕਾਂ ਦੀ ਸਰਕਾਰ ਹੁੰਦੀ ਹੈਗੀ ਆ। ਪਰ ਕਿਤੇ ਨਾ ਕਿਤੇ ਤੁਸੀਂ ਦੇਖ ਰਹੇ ਹੋ ਕਿ ਕਾਂਗਰਸ ਸਰਕਾਰ ਜਿਹੜੀ ਹੈਗੀ ਹੈ ਸਾਡੀ ਟੀਚਰਸ ਨਾਲ ਕਿੰਨਾ ਧੱਕਾ ਕਰ ਰਹੀ ਹੈਗੀ ਹੈ। ਅਧਿਆਪਕਾਂ ਨੂੰ B.Ed ਵਾਲੇ ਹੋਣ ਚਾਹੇ ETD ਵਾਲੇ ਹੋਣ, ਕਿੰਨੇ ਧਰਨੇ ਲਗਾ ਰਹੇ, ਤੁਸੀਂ ਆਪਣੀ ਤਿਆਰੀ ਕਰ ਰਹੇ ਹੋ, ਇੰਨੀ B.Ed ਕਰਕੇ ਵੀ ਤੁਸੀਂ ਤਿਆਰੀ ਕਰਦੇ ਪਏ ਹੋ, ਤਾਂ ਲੋਕਤੰਤਰੀ ਕਿੱਥੇ ਰਹਿ ਗਈ ਹੈ ਹੁਣ? ਠੀਕ ਹੈ ਜੀ, ਹੁਣ ਫਸਟ ਇਹਦਾ ਆਪਸ਼ਨ ਦੇਖੋ, ਇਹਦਾ ਆਨਸਰ ਸਹੀ ਹੈਗਾ ਭਾਰਤ। ਹੁਣ ਤੁਸੀਂ ਦੇਖੋ ਫਸਟ ਚੀਨ। ਜੇ ਆਪਾਂ ਕੋਈ ਚੀਨ ਦਾ ਕੁਐਸਚਨ ਬਣਾਉਣਾ ਹੋਵੇ ਕਿੱਦਾਂ ਬਣ ਸਕਦਾ? ਦੁਨੀਆ ਤੋਂ ਸਭ ਤੋਂ ਜ਼ਿਆਦਾ ਜਿਹੜੀ ਜਨਸੰਖਿਆ ਕਿੱਥੇ ਹੈਗੀ ਹੈ ਜੀ? ਚੀਨ 'ਚ ਹੈਗੀ ਹੈ ਜੀ। ਜਨਸੰਖਿਆ ਕਿੱਥੇ ਹੈਗੀ ਆ? ਚੀਨ ਦੇ ਵਿੱਚ ਹੈਗੀ ਆ। ਔਰ ਅਮਰੀਕਾ ਦਾ ਜੇ ਆਪਾਂ ਕੋਈ ਰੋਲ ਲੈਣਾ ਹੋਵੇ ਤਾਂ ਕੀ ਲੈ ਸਕਦੇ ਹਾਂ? ਕਿਉਂਕਿ ਜਦੋਂ ਅਸੀਂ ਸੰਵਿਧਾਨ ਦੇ ਵਿੱਚ ਜਿਹੜਾ ਹੈਗਾ ਉਹ ਅਮਰੀਕਾ ਤੋਂ ਕੁਛ ਆਪਾਂ ਜਿਹੜੀ ਹੈਗੀਆਂ ਸੂਚੀਆਂ ਲਈਆਂ ਸੀ ਕੁਛ ਅਮਰੀਕਾ ਦੇ ਵਿੱਚ, ਜਦੋਂ ਸਾਡਾ ਸੰਵਿਧਾਨ ਜਿਹੜਾ ਹੈਗਾ ਉਹ ਅੱਗੇ ਜਾ ਕੇ ਮੈਂ ਤੁਹਾਨੂੰ ਦੱਸੂਗਾ ਅਮਰੀਕਾ ਦਾ ਸੰਬੰਧ ਜਿਹੜਾ ਹੈਗਾ ਸਾਡੇ ਜੋ ਸੰਵਿਧਾਨ ਲਿਖਿਆ ਗਿਆ ਸੀ ਉਹਦੇ ਵਿੱਚ ਅਮਰੀਕਾ ਦਾ ਸੰਬੰਧ ਹੈਗਾ ਜੀ। ਹੁਣ ਕੈਨੇਡਾ ਜਿਹੜਾ ਹੈਗਾ ਜੀ ਸਾਡੇ ਭਾਰਤ ਤੋਂ 8 ਗੁਣਾ ਵੱਡਾ ਹੈਗਾ ਕੈਨੇਡਾ। ਠੀਕ ਹੈ ਜੀ, ਇਹਨੂੰ ਨੋਟ ਕਰ ਲਓ ਤੁਸੀਂ। ਕੈਨੇਡਾ ਜਿਹੜਾ ਹੈਗਾ ਸਾਡੇ ਭਾਰਤ ਤੋਂ 8 ਗੁਣਾ ਵੱਡਾ ਹੈਗਾ, 8 ਗੁਣਾ। ਹੁਣ ਆਪਾਂ ਨੈਕਸਟ ਕੁਐਸਚਨ 'ਚ ਜਾਂਦੇ ਹੈਗੇ ਹਾਂ। ਤੁਸੀਂ ਮੇਰੇ ਚੈਨਲ ਦੇ ਨਾਲ ਜੁੜੇ ਰਹੋ, ਕੁਛ ਨਾ ਕੁਛ ਤੁਹਾਨੂੰ ਜਿਹੜਾ ਹੈਗਾ ਉਹ ਜ਼ਰੂਰ ਮਿਲੂਗਾ। ਕਹਿੰਦੇ ਇੱਕ ਮਜ਼ਦੂਰ ਸਵੇਰ ਨੂੰ ਘਰੋਂ ਜਾਂਦਾ ਹੈਗਾ, ਕੁਛ ਨਾ ਕੁਛ ਲੈ ਕੇ ਆਉਂਦਾ। ਤੁਸੀਂ ਜੇ ਚੈਨਲ ਦੇ ਨਾਲ ਜੁੜੇ ਹੈਗੇ ਹੋ, ਕੁਛ ਨਾ ਕੁਛ ਤੁਹਾਨੂੰ ਜਿਹੜਾ ਹੈਗਾ ਗਿਆਨ ਮਿਲੂਗਾ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈਗਾ। ਮੈਂ ਕੋਈ ਯੂਟਿਊਬਰ ਨਹੀਂ ਹੈਗਾ ਔਰ ਨਾ ਹੀ ਮੈਨੂੰ ਕੋਈ ਵਿਊ ਦੀ ਲੋੜ ਹੈਗੀ। ਮੈਂ ਪਿਛਲੇ 3-4 ਸਾਲ ਤੋਂ ਜਿਹੜਾ ਹੈਗਾ ਕਾਲਜ ਦੇ ਵਿੱਚ ਐਜ ਏ ਲੈਕਚਰਰ ਦੀ ਜੋਬ ਕਰਦਾ ਪਿਆ। ਠੀਕ ਹੈ ਜੀ, ਪਠਾਨਕੋਟ ਤੋਂ AB ਕਾਲਜ ਜਿਹੜਾ ਹੈਗਾ ਐਜ ਏ ਲੈਕਚਰਰ ਦੀ ਮੈਂ ਜੋਬ ਕਰਦਾ ਪਿਆ। ਥੋੜ੍ਹਾ ਜਿਹਾ ਗਿਆਨ ਹੈਗਾ ਜੀ, ਉਹ ਤੁਹਾਨੂੰ ਅਸੀਂ ਵੰਡਣ ਦੀ ਕੋਸ਼ਿਸ਼ ਕਰਦੇ ਪਏ ਹੈਗੇ ਆ।
ਨਾ ਮੈਂ ਕੋਈ ਯੂਟਿਊਬਰ ਹੈਗਾ, ਕੁਛ ਨਹੀਂ ਹੈਗਾ। ਮੈਂ ਵੀ ਤੁਹਾਡੇ ਵਾਂਗ ਜਿਹੜਾ ਹੈਗਾ ਕਿ ਟੀਚਰਸ ਹੈਗਾ। ਤਾਂ ਇਸ ਚੈਨਲ ਦੇ ਰਾਹੀਂ ਤੁਸੀਂ ਜਿੰਨਾ ਵੀ ਤੁਹਾਨੂੰ ਗਿਆਨ ਮਿਲੇਗਾ, ਕੋਸ਼ਿਸ਼ ਕਰਿਓ ਗਿਆਨ ਨੂੰ ਤੁਸੀਂ ਉਹ ਸਾਂਭ ਕੇ ਰੱਖ ਲਿਓ। ਜਿੰਨਾ ਵੀ ਮੇਰੇ ਤੋਂ ਗਿਆਨ ਹੋਊਗਾ ਤੁਹਾਨੂੰ ਦੇਣ ਦੀ ਕੋਸ਼ਿਸ਼ ਹੋਏਗੀ। ਔਰ ਜੋ ਵੀ ਕੁਐਸਚਨ ਹੋਣਗੇ ਮਹੱਤਵਪੂਰਨ ਹੋਣਗੇ। ਟਾਈਮ ਪਾਸ ਇਸ ਚੈਨਲ ਦੇ ਰਾਹੀਂ ਬਿਲਕੁਲ ਨਹੀਂ ਹੋਏਗਾ, ਮੇਰਾ ਵਾਅਦਾ ਰਿਹਾ ਤੁਹਾਡਾ। ਨੈਕਸਟ ਤੁਸੀਂ ਦੇਖੋ ਹੁਣ, ਆਜ਼ਾਦੀ ਤੋਂ ਪਹਿਲਾਂ ਭਾਰਤ ਦੀਆਂ ਕਿੰਨੀਆਂ ਰਿਆਸਤਾਂ ਸਨ? ਇਹਦਾ ਸਹੀ ਆਨਸਰ ਜੋ ਹੈਗਾ 462 ਰਿਆਸਤਾਂ ਜਿਹੜੀਆਂ ਹੈਗੀਆਂ ਸੀ ਆਜ਼ਾਦੀ ਤੋਂ ਪਹਿਲਾਂ ਭਾਰਤ ਦੀਆਂ ਰਿਆਸਤਾਂ ਸਨ। ਔਰ ਇਹ ਕੁਐਸਚਨ ਬਹੁਤ ਜ਼ਿਆਦਾ ਮਹੱਤਵਪੂਰਨ ਹੈਗਾ। ਕੁਐਸਚਨ ਪੰਜਾਬੀ ਦੇ ਵਿੱਚ ਵੀ ਬਣਦਾ ਹੈਗਾ, ਠੀਕ ਹੈ ਜੀ, ਔਰ SST ਦੇ ਵਿੱਚ ਵੀ ਬਣਦਾ ਹੈਗਾ। ਕਿਉਂਕਿ ਐਗਜ਼ਾਮੀਨਰ ਨੇ ਪਤਾ ਨਹੀਂ ਕੁਐਸਚਨ ਕਿੱਥੋਂ ਪਾ ਦੇਣਾ ਹੈਗਾ, ਹੈ ਨਾ। ਤਾਂ ਅਸੀਂ ਆਪਣੀ ਤਿਆਰੀ ਫੁੱਲ ਰੱਖਣੀ ਹੈਗੀ ਹੈ। ਦੇਖੋ ਜੀ, 1 ਨਵੰਬਰ 1966 ਦੇ ਵਿੱਚ ਅਜੋਕਾ ਪੰਜਾਬ ਰਾਜ ਜਿਹੜਾ ਹੈਗਾ ਸੀ ਕਿਸ ਹੋਂਦ ਦੇ ਵਿੱਚ ਆਇਆ? ਧਰਮ ਦੇ ਆਧਾਰ 'ਤੇ ਹੋਇਆ ਸੀ, ਜਾਂ ਰੰਗ ਦੇ ਆਧਾਰ 'ਤੇ ਹੋਇਆ ਸੀ, ਜਾਂ ਭਾਸ਼ਾ ਦੇ ਆਧਾਰ 'ਤੇ ਹੋਇਆ ਸੀ, ਜਾਂ ਖੇਤਰਫਲ ਦੇ ਆਧਾਰ 'ਤੇ ਹੋਇਆ ਸੀ? ਉਦੋਂ ਆਪਾਂ ਕਹਿ ਲਈਏ ਕਿ ਜਿਹੜਾ ਹੈਗਾ 1964 ਦੇ ਵਿੱਚ ਫਿਰ ਦੁਬਾਰਾ ਡਿਵਾਈਡ ਹੋਇਆ ਸੀ ਭਾਰਤ, ਜਿਹਨੂੰ ਆਪਾਂ ਪੰਜਾਬ ਰਾਜ ਕਹਿੰਦੇ ਹਾਂ, ਠੀਕ ਹੈ। ਉਸ ਟਾਈਮ ਕੀ ਹੋਇਆ ਸੀ, ਪੰਜਾਬ ਦੇ ਵਿੱਚ 2 ਵੰਡ ਹੋ ਗਈ ਸੀ। ਔਰ 1966 ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਜਿਹੜੀ ਹੈਗੀ ਆ ਔਰ ਵੰਡ ਹੋ ਗਈ ਸੀ। ਉਸ ਸਮੇਂ ਜਿਹੜਾ ਹੈਗਾ ਗੁਰਬਖਸ਼ ਸਿੰਘ ਜਿਹੜੇ ਹੈਗੇ ਸੀ ਉਸ ਸਮੇਂ ਜਿਹੜੇ ਹੈਗੇ ਉਹ ਮਤਲਬ ਕਿ ਉਸ ਸਮੇਂ ਪ੍ਰਧਾਨ ਮੰਤਰੀ ਸੀ 1966 ਦੇ ਵਿੱਚ ਜਿਹੜੇ ਹੈਗੇ ਆ। ਔਰ ਗੁਰਬਖਸ਼ ਸਿੰਘ ਜਿਹੜੇ ਹੈ ਗੁਰਮੁਖ ਸਿੰਘ ਮੁਸਾਫਿਰ ਜਿਹੜੇ ਹੈਗੇ ਸੀ ਉਸ ਟਾਈਮ ਪ੍ਰਧਾਨ ਮੰਤਰੀ ਆਪਣੇ ਮੁੱਖ ਮੰਤਰੀ ਸੀ। ਔਰ ਉਹ ਇੱਕ ਮਤਲਬ ਕਿ ਕਵੀ ਵੀ ਹੈਗੇ ਆ ਪੰਜਾਬੀ ਸਾਹਿਤ ਦੇ ਵਿੱਚ। ਉਹਨਾਂ ਦਾ ਵਾਰਤਕਾਰ ਵੀ ਦੇ ਰੂਪ ਦੇ ਨਾਲ ਆਪਾਂ ਜਾਣਦੇ ਹੈਗੇ ਆ ਉਹਨਾਂ ਨੂੰ। ਅਗਰ ਨੈਕਸਟ ਤੁਸੀਂ ਦੇਖੋ, ਜੇਕਰ ਤੁਸੀਂ ਭਾਰਤ ਦੇ ਸਭ ਤੋਂ ਵੱਡੇ ਰਾਜ ਵਿੱਚ ਘੁੰਮਣ ਫਿਰਨ ਜਾਣਾ ਹੋਵੇ ਤਾਂ ਤੁਸੀਂ ਕਿਹੜੇ ਰਾਜ ਨੂੰ ਜਾਵੋਗੇ? ਗੁਜਰਾਤ, ਜਾਂ ਉੱਤਰ ਪ੍ਰਦੇਸ਼, ਜਾਂ ਮਹਾਰਾਸ਼ਟਰ, ਜਾਂ ਰਾਜਸਥਾਨ? ਦੇਖੋ, ਖੇਤਰਫਲ ਤੋਂ ਜਿਹੜੀ ਹੈਗੀ ਸਭ ਤੋਂ ਵੱਡੀ ਜਿਹੜੀ ਆਕਾਰ ਜਿਹੜੀ ਹੈਗੀ ਉਹ ਰਾਜਸਥਾਨ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਮੰਨਿਆ ਗਿਆ ਹੈ, ਠੀਕ ਹੈ ਜੀ। ਰਾਜਸਥਾਨ ਇਹਦਾ ਸਹੀ ਆਨਸਰ ਹੈਗਾ। ਅੱਗੇ ਨੈਕਸਟ ਤੁਸੀਂ ਦੇਖੋ, ਖੇਤਰਫਲ ਦੇ ਹਿਸਾਬ ਦੇ ਨਾਲ ਭਾਰਤ ਸੰਸਾਰ ਵਿੱਚ ਕਿੰਨਵੇਂ ਨੰਬਰ 'ਤੇ ਹੈਗਾ ਜੀ? ਦੇਖੋ ਜੀ, ਖੇਤਰਫਲ ਦੇ ਖੇਤਰਫਲ 'ਤੇ ਜਿਹੜੇ ਇੱਦਾਂ ਜਨਸੰਖਿਆ ਦੇ ਆਧਾਰ 'ਤੇ ਜਿਹੜਾ ਹੈਗਾ ਸਾਡਾ ਭਾਰਤ ਜਿਹੜਾ ਹੈਗਾ ਦੂਜੇ ਨੰਬਰ 'ਤੇ ਹੈਗਾ ਜੀ, ਠੀਕ ਹੈ ਜੀ। ਹੁਣ ਆਪਾਂ ਖੇਤਰਫਲ ਦੀ ਗੱਲ ਕਰਦੇ ਹੈਗਾ ਜੀ, ਠੀਕ ਹੈ ਜੀ। ਪਹਿਲਾ ਹੈਗਾ 8ਵਾਂ, ਦੂਸਰਾ ਸੈਕਿੰਡ ਹੈ 7ਵਾਂ, ਉਹ ਈੜੀ ਹੈਗਾ 6ਵਾਂ, ਔਰ ਸੱਸਾ ਹੈਗਾ 5ਵਾਂ। ਖੇਤਰਫਲ ਦੇ ਆਧਾਰ 'ਤੇ ਜਿਹੜਾ ਹੈਗਾ ਸਾਡਾ ਭਾਰਤ ਉਹ 7ਵੇਂ ਨੰਬਰ 'ਤੇ ਹੈਗਾ, ਠੀਕ ਹੈ ਜੀ। ਮੈਂ ਤੁਹਾਨੂੰ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗ ਰਿਹਾ ਹੋਏਗਾ ਮੇਰਾ ਲੈਕਚਰ, ਠੀਕ ਹੈ ਜੀ। ਬਸ ਇੱਥੇ ਜਿਹੜੀ ਹੈਗੀ ਆ ਅਸੀਂ ਆਪਣੇ ਲੈਕਚਰ ਦੀ ਹੈਗੀ ਉਹ ਸਮਾਪਤੀ ਜਿਹੜੀ ਹੈਗੀ ਆ ਉਹ ਕਰਨ ਜਾ ਰਹੇ ਹਾਂ। ਤਾਂ ਤੁਸੀਂ ਇਸੇ ਤਰ੍ਹਾਂ ਹੀ ਜਿਹੜੀ ਕਿ ਚੈਨਲ ਦੇ ਨਾਲ ਜੁੜੋ, ਠੀਕ ਹੈ ਜੀ। ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਜਿਹੜੇ ਚੈਨਲ ਨਾਲ ਨਹੀਂ ਜੁੜੇ ਔਰ ਮੇਰੀ ਵੀਡੀਓ ਦੇਖ ਰਹੇ ਨੇ, ਪਲੀਜ਼ ਤੁਹਾਡੇ ਲਈ ਇਹਨਾਂ ਕੁਛ ਕਰ ਰਹੇ, ਤੁਸੀਂ ਚੈਨਲ ਨੂੰ ਤਾਂ ਘੱਟੋ ਘੱਟ ਫੇਮਸ ਕਰ ਦਿਓ, ਠੀਕ ਹੈ ਜੀ। ਆਉਣ ਵਾਲੇ ਸਮੇਂ 'ਤੇ ਜੇ ਤੁਸੀਂ ਟੀਚਰ ਲੱਗਦੇ ਹੋ ਤਾਂ ਮੈਨੂੰ ਖੁਸ਼ੀ ਹੋਏਗੀ, ਹੈ ਨਾ। ਅਤੇ ਚੈਨਲ ਫੇਮਸ ਹੋਏਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿਹੜੇ ਹੈਗੇ PTET ਜਿਹੜੇ ਹੈਗੇ ਆ ਆਪਾਂ ਹੋਰ ਤਿਆਰੀ ਕਰਾਵਾਂਗੇ ਬੱਚਿਆਂ ਦੀਆਂ। ਕਿਉਂਕਿ ਚੈਨਲ ਫੇਮਸ ਹੋਏਗਾ ਤਾਂ ਫਿਰ ਹੀ ਕੁਛ ਨਾ ਕੁਛ ਬੱਚਿਆਂ ਨੂੰ ਜਿਹੜੀ ਹੈਗੀ ਆ ਉਹ ਜਾਣਕਾਰੀ ਮਿਲੂਗੀ। ਅਤੇ ਮੈਂ ਤਾਂ ਤੁਹਾਡੇ ਕੋਲ ਕੋਈ ਪੈਸਾ ਨਹੀਂ ਲੈ ਰਿਹਾ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇੱਕ ਗੱਲ ਨਾ ਸੈੱਟ ਹੋਈ ਹੁੰਦੀ ਹੈ ਕਿ ਅਸੀਂ ਜੇ ਪੈਸੇ ਫ੍ਰੀ ਕਰਾ ਰਹੇ ਹਾਂ ਤਾਂ ਮਤਲਬ ਕਿ ਸਾਡੇ ਕੋਲ ਨੌਲੇਜ ਨਹੀਂ ਹੈਗੀ। ਇੱਦਾਂ ਨਹੀਂ ਹੁੰਦਾ ਸਾਥੀਓ। ਹਰ ਕੋਈ ਪੈਸੇ ਦੇ ਲਈ ਜਿਹੜਾ ਹੈਗਾ ਉਹ ਫੇਮਸ ਨਹੀਂ ਹੁੰਦਾ। ਹਰ ਕੋਈ ਟੀਚਿੰਗ ਲਾਈਨ ਜਿਹੜਾ ਹੈਗਾ ਉਹ ਪੈਸੇ ਦੇ ਲਈ ਨਹੀਂ ਲਿਆ ਹੁੰਦਾ। ਇਹ ਗੱਲ ਤੁਸੀਂ ਯਾਦ ਰੱਖਿਓ, ਠੀਕ ਹੈ ਜੀ। ਤਾਂ ਮੈਨੂੰ ਕੋਈ ਪੈਸੇ ਦਾ ਲਾਲਚ ਨਹੀਂ ਹੈਗਾ, ਸਿੱਧੀ ਮੈਂ ਗੱਲ ਕਹਿਦਾ। ਪਰਮਾਤਮਾ ਦਿੱਤਾ ਬਹੁਤ ਹੈਗਾ, ਕੋਈ ਮੈਨੂੰ ਵਿਊ ਦਾ ਲਾਲਚ ਨਹੀਂ ਹੈਗਾ, ਕਿਉਂਕਿ ਗਿਆਨ ਵੰਡਣ ਦੇ ਨਾਲ ਗਿਆਨ ਵੱਧਦਾ ਹੈਗਾ ਜੀ। ਇਹ ਗੱਲ ਤੁਸੀਂ ਨੋਟ ਕਰਨੀ ਹੈਗੀ। ਅੱਜ ਨੂੰ ਅਸੀਂ ਗਿਆਨ ਵੰਡ ਰਹੇ ਹੈਗੇ ਹਾਂ ਅਤੇ ਕੱਲ੍ਹ ਨੂੰ ਤੁਸੀਂ ਵੀ ਅੱਗੇ ਗਿਆਨ ਵੰਡੋਗੇ, ਤੁਹਾਡੇ ਪੜ੍ਹਾਈ ਬੱਚੇ ਅੱਗੇ ਗਿਆਨ ਵੰਡਣਗੇ। ਇੱਦਾਂ ਜਿਹੜਾ ਹੈਗਾ ਸਰਕਲ ਚੱਲਿਆ ਰਹੇਗਾ। ਹੋਰ ਇਸੇ ਤਰ੍ਹਾਂ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ, ਔਰ ਤੁਹਾਨੂੰ ਜਿਹੜੀ ਹੈਗੀ ਹੈ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲੇਗਾ। ਇਹ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ ਜੀ। ਬਹੁਤ ਬਹੁਤ ਧੰਨਵਾਦ ਜਿਹੜੇ YouTube ਨਾਲ ਮੇਰੇ ਨਾਲ ਜੁੜੇ ਨੇ, ਬਹੁਤ ਬਹੁਤ ਧੰਨਵਾਦ। ਨੈਕਸਟ ਵੀਡੀਓ ਲੈ ਕੇ ਬਹੁਤ ਜਲਦੀ ਆਵਾਂਗੇ ਜੀ। ਔਰ ਜਿਨ੍ਹਾਂ ਨੇ ਚੈਨਲ ਨਹੀਂ ਕੀਤਾ, ਹੱਥ ਜੋੜ ਕੇ ਫਿਰ ਬੇਨਤੀ ਹੈ, ਚੈਨਲ ਦੇ ਨਾਲ ਤੁਸੀਂ ਜੁੜ ਸਕਦੇ ਹੋ। WhatsApp ਗਰੁੱਪ ਜਿਹੜਾ ਹੈਗਾ ਅਸੀਂ ਚਲਾ ਰਹੇ ਹੈਗੇ ਹਾਂ 9464782309 9464782309 ਨੇ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਹੈਗਾ। ਆਪਣਾ ਨਾਮ ਦੱਸ ਦਿਓ, ਤੁਹਾਨੂੰ ਗਰੁੱਪ ਦੇ ਵਿੱਚ ਜਿਹੜਾ ਹੈਗਾ PDF ਵੀ ਆਪਾਂ ਸੈਂਡ ਕਰਾਂਗੇ ਟਾਈਮ ਟੂ ਟਾਈਮ। ਸਾਰੀ ਅਪਡੇਟ ਜਿਹੜੀ ਹੈਗੀ ਆ ਸਭ ਦੱਸਾਂਗੇ। PTET ਮਾਸਟਰ ਕੈਡ ਕਦੋਂ ਆਏਗਾ, ਕਿੰਨੀ ਪੋਸਟ ਹੈਗੀਆਂ, ਜੋ ਸਕੂਟਨੀ ਵਗੈਰਾ 66-35 ਦੀ ਹੋ ਰਹੀਆਂ, ਸਾਰੀ ਦੀ ਸਾਰੀ ਮੇਰੇ ਚੈਨਲ 'ਤੇ ਤੁਹਾਨੂੰ ਫ੍ਰੀ ਆਫ ਕੋਸਟ ਮਿਲਣਗੀਆਂ। ਬਹੁਤ ਬਹੁਤ ਧੰਨਵਾਦ, ਥੈਂਕ ਯੂ।